ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨਾਂ ਤੋਂ ਆਸ਼ੀਸ਼ ਪ੍ਰਾਪਤ ਕਰ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪਰਿਵਾਰ ਦੇ ਉੱਤੇ ਚਰਚਾ ਕਰ ਰਹੇ ਸੀ। ਪਰਿਵਾਰ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਇੱਕ ਉੱਚੇ ਦਰਜੇ ਦਾ ਵਿਚਾਰ ਹੈ। ਪਰਮੇਸ਼ਰ ਦੀ ਨਜ਼ਰ ਦੇ ਵਿੱਚ परिवार का एक बहुत ही महत्वपूर्ण स्थान है। दोस्तों, किसी भी परिवार की शुरुआत का पहला कदम विआह या फिर शादी हुंदा है। साडे अज दे अध्ययन प्रोग्राम दे विच असी विआह बारे चर्चा करांगे। असी बाइबल बाणी दे विचों वेखांगे कि ये विआह दे बारे की कहंदी है। विआह दे उत्ते सानू ये सिक्ख्या डॉक्टर डेविड यरमाया दे द्वारा दित्ती जा रही है, जिन्हां नूं परमेशर ने वचन की सेवकाई करन दा एक लंबा अनुभव दिता है। सानू उम्मीद है कि तुसी भी विआह दे उत्ते उन्हां दी सिक्ख्या दा चंगा लाभ प्राप्त कर रहे होवोगे। तां फिर दोस्तों, आओ बिना देर कीते अपने अध्ययन प्रोग्राम दे विच अगे वधदे हां अते अपने मनां नूं परमेशर दे वचन दे लई तैयार करन दे लई सुनदे हां ये भजन। मदद लाई मैं किसनू पुकारा।
ਸਤਾਵੇ। ਦਿਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ। ਖੌਫ ਖਾਵੇਂਗਾ ਨਾ ਵਿੱਚ ਉਜਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜ। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਸ਼ਾਦੀ ਇੱਕ ਇਕੱਠ ਇੱਕ ਘਟਨਾ ਹੈ। ਨੰਬਰ 2, ਸ਼ਾਦੀ ਇੱਕ ਸਰੀਰ ਹੋਣ ਦਾ ਭੇਦ ਹੈ। ਨੰਬਰ 3, ਸ਼ਾਦੀ ਪ੍ਰੇਮ ਦੀ ਸੁਰੱਖਿਆ ਹੈ। ਨੰਬਰ 4, ਸ਼ਾਦੀ ਪੁਰਖ ਲਈ ਕੁਝ ਸਲਾਹ ਹੈ। ਨੰਬਰ 5, ਸ਼ਾਦੀ ਔਰਤ ਲਈ ਕੁਝ ਸਲਾਹ ਹੈ। ਨੰਬਰ 6, ਸ਼ਾਦੀ ਇਸ ਸੰਬੰਧ ਵਿੱਚ ਮਸੀਹ ਕੇਂਦਰ ਹੈ। ਇੱਕ ਮਹਾਨ ਸੁਧਾਰਕ ਮਾਰਟਿਨ ਲੂਥਰ ਨੂੰ ਅਸੀਂ ਯਾਦ ਨਹੀਂ ਕਰਦੇ, ਜਿਸ ਨੂੰ ਸ਼ਾਦੀ ਬਾਰੇ ਵਿਸ਼ੇਸ਼ ਗਿਆਨ ਸੀ। ਉਸਨੇ ਇੱਕ ਵਾਰ ਇਮਾਰਤ ਨੂੰ ਮਜ਼ਬੂਤ ਘਰ ਬਣਨ ਲਈ ਇੱਕ ਬਹੁਤ ਅੱਛੀ ਸਲਾਹ ਦਿੱਤੀ। ਉਸਨੇ ਆਖਿਆ ਸੀ, ਪਤਨੀ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਪਤੀ ਘਰ ਆਉਣ ਵਿੱਚ ਖੁਸ਼ੀ ਮਹਿਸੂਸ ਕਰੇ, ਅਤੇ ਪਤੀ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜਦ ਉਹ ਘਰੋਂ ਬਾਹਰ ਜਾਏ ਤਾਂ ਪਤਨੀ ਅਫਸੋਸ ਕਰੇ। ਦਿਨ ਦੇ ਅੰਤ ਵਿੱਚ ਜਾਂ ਜੀਵਨ ਦੇ ਅੰਤ ਤੱਕ ਸਭ ਕੁਝ ਉਬਲਦਾ ਹੈ, ਫਿਰ ਸ਼ਾਂਤ ਹੋ ਜਾਂਦਾ ਹੈ। ਕਿ ਇਸ ਤਰ੍ਹਾਂ ਨਹੀਂ ਹੁੰਦਾ? ਮਜ਼ਬੂਤ ਸ਼ਾਦੀਆਂ ਮਜ਼ਬੂਤ ਪਰਿਵਾਰ ਦੀ ਨੀਂਹ ਹੁੰਦੀਆਂ ਹਨ। ਭਾਵੇਂ ਕਿੰਨੀ ਵੀ ਮੁਸੀਬਤ ਆ ਜਾਵੇ, ਸਾਨੂੰ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਭਾਵੇਂ ਸਾਡੇ ਜੀਵਨ ਵਿੱਚ ਕੋਈ ਵੀ ਦੁਖਦਾਈ ਘਟਨਾ ਘਟੇ, ਮਾਂ-ਬਾਪ ਹੋਣ ਕਰਕੇ ਸਾਡਾ ਸਭ ਤੋਂ ਪਹਿਲਾ ਕੰਮ ਹੈ ਅਸੀਂ ਆਪਣੀਆਂ ਸ਼ਾਦੀਆਂ ਨੂੰ ਮਜ਼ਬੂਤ ਬਣਾਏ ਰੱਖੀਏ, ਮਜ਼ਬੂਤ ਚਟਾਨ ਦੀ ਤਰ੍ਹਾਂ। ਇਹ ਉਦੇਸ਼ ਹੈ ਜਿਸ ਨੂੰ ਤੁਸੀਂ ਅਕਸਰ ਨਹੀਂ ਸੁਣ ਸਕਦੇ, ਅਤੇ ਇਹ ਹੀ ਕਾਰਨ ਹੈ ਕਿ ਮੈਂ ਚਾਹੁੰਦਾ ਹਾਂ ਆਪਣੇ ਸੰਦੇਸ਼ ਦੀ ਲੜੀ ਦੇ ਅੰਤ ਵਿੱਚ ਮੈਂ ਇਸ ਗੱਲ ਨੂੰ ਤੁਹਾਨੂੰ ਯਾਦ ਕਰਾਵਾਂ। ਭਾਵੇਂ ਕੁਝ ਵੀ ਕੀਮਤ ਦੇਣੀ ਪਵੇ, ਭਾਵੇਂ ਕਿੰਨੀ ਵੀ ਮਿਹਨਤ ਕਰਨੀ ਪਵੇ, ਪਰਮੇਸ਼ਰ ਵੱਲੋਂ ਸ਼ਾਦੀਆਂ ਅਤੇ ਮਜ਼ਬੂਤ ਪਰਿਵਾਰਾਂ ਲਈ ਇਸ ਦੀ ਕੀਮਤ ਹੁੰਦੀ ਹੈ। ਨੰਬਰ 1, ਸ਼ਾਦੀ ਇੱਕ ਇਕੱਠ ਇੱਕ ਘਟਨਾ ਹੈ। ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਸਭ ਤੋਂ ਪਹਿਲਾਂ ਇੱਕ ਟੀਮ ਬਣਨ ਦੀ ਘਟਨਾ ਹੈ। ਇਹ ਚੀਜ਼ ਨਹੀਂ ਜਿਸ ਨੂੰ ਤੁਸੀਂ ਆਪ ਕਰ ਸਕਦੇ ਹੋ। ਸ਼ਾਦੀ ਵਿੱਚ ਦੋ ਜਨ ਹੁੰਦੇ ਹਨ। ਜਦ ਇੱਕ ਮਨੁੱਖ ਦਿਲ ਨਾਲ ਚਾਹੁੰਦਾ ਹੈ ਕਿ ਉਹ ਸਭ ਕੁਝ ਠੀਕ ਕਰੇ, ਤਦ ਉਸ ਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਕਿ ਵਾਪਸ ਸ਼ੁਰੂਆਤ ਵਿੱਚ ਜਾ ਕੇ ਹਦਾਇਤਾਂ ਨੂੰ ਪੜ੍ਹੇ। ਸਾਡੇ ਕੋਲ ਪਰਮੇਸ਼ਰ ਦੇ ਵਚਨ ਵਿੱਚ ਸ਼ਾਦੀ ਦੇ ਬਾਰੇ ਬਹੁਤ ਹੀ ਅੱਛੀਆਂ ਹਦਾਇਤਾਂ ਹਨ। ਅਸੀਂ ਧਰਮ ਸ਼ਾਸਤਰ ਦੀ ਪਹਿਲੀ ਕਿਤਾਬ ਉਤਪਤੀ 2 ਅਧਿਆਇ 18 ਵਚਨ ਵਿੱਚ ਤੇ 24 ਵਚਨਾਂ ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ। ਫਿਰ ਯਹੋਵਾ ਪਰਮੇਸ਼ਰ ਨੇ ਆਖਿਆ, ਭਾਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ, ਸੋ ਮੈਂ ਉਹਦੇ ਲਈ ਉਹਦੇ ਵਾਂਗੂ ਇੱਕ ਸਹਾਇਕਣ ਬਣਾਵਾਂਗਾ। ਯਹੋਵਾ ਪਰਮੇਸ਼ਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਆਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ, ਤਾਂ ਜੋ ਵੇਖੇ ਭਾਈ ਉਹ ਕਿਵੇਂ ਉਹਨਾਂ ਨੂੰ ਸੱਦੇਗਾ। ਅਤੇ ਜੋ ਕੁਝ ਆਦਮੀ ਨੇ ਉਸ ਜਿਉਂਦੇ ਪ੍ਰਾਣੀ ਨੂੰ ਸੱਦਿਆ, ਸੋ ਉਸ ਦਾ ਨਾਮ ਹੋ ਗਿਆ। ਉਹ ਆਦਮੀ ਨੇ ਸਾਰੇ ਡੰਗਰਾਂ ਨੂੰ ਅਤੇ ਆਕਾਸ਼ ਦੇ ਸਾਰੇ ਪੰਛੀਆਂ ਨੂੰ ਅਤੇ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਮ ਦਿੱਤੇ, ਪਰ ਆਦਮੀ ਲਈ ਕੋਈ ਸਹਾਇਕਣ ਉਹਦੇ ਵਰਗੀ ਨਾ ਮਿਲੀ। ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ, ਸੋ ਉਹ ਸੋ ਗਿਆ, ਅਤੇ ਉਸ ਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹਦੀ ਥਾਂ ਮਾਂਸ ਭਰ ਦਿੱਤਾ। ਤਾਂ ਯਹੋਵਾ ਪਰਮੇਸ਼ਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ, ਇੱਕ ਨਰ ਬਣਾਈ ਅਤੇ ਉਹਨੂੰ ਆਦਮੀ ਕੋਲ ਲੈ ਆਇਆ। ਤਾਂ ਆਦਮੀ ਨੇ ਕਿਹਾ, ਇਹ ਮੇਰੀ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮਾਂਸ ਵਿੱਚੋਂ ਮਾਂਸ ਹੈ, ਸੋ ਉਹ ਇਸ ਕਾਰਨ ਇਹ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ। ਸਾਡੇ ਲਈ ਇਹ ਇੱਕ ਹਦਾਇਤ ਹੈ ਕਿ ਅਸੀਂ ਯਾਦ ਰੱਖੀਏ ਕਿ ਸ਼ਾਦੀ ਦੀ ਹੋਂਦ ਇਸ ਲਈ ਆਈ ਕਿਉਂਕਿ ਪਰਮੇਸ਼ਰ ਨੇ ਵੇਖਿਆ ਕਿ ਆਦਮੀ ਲਈ ਇਕੱਲਾ ਰਹਿਣਾ ਠੀਕ ਨਹੀਂ। ਅਦਨ ਵਿੱਚ ਹਰੇਕ ਜੀਵ ਦਾ ਸਾਂਗੀ ਸਾਥੀ ਸੀ। ਹਰੇਕ ਮਰਦਾਨਾ ਜੀਵ ਦਾ ਇੱਕ ਜਨਾਨਾ ਸਾਥੀ ਸੀ। ਸਵਰਗ ਵਿੱਚ ਕੇਵਲ ਆਦਮ ਹੀ ਇੱਕ ਪ੍ਰਾਣੀ ਸੀ ਜਿਸ ਦਾ ਇਕੱਠ ਨਹੀਂ ਸੀ, ਅਤੇ ਪਰਮੇਸ਼ਰ ਨੇ ਆਖਿਆ ਇਹ ਠੀਕ ਨਹੀਂ ਹੈ। ਇਸ ਲਈ ਪਰਮੇਸ਼ਰ ਨੇ ਹਵਾ ਦੀ ਰਚਨਾ ਕੀਤੀ। ਸ਼ੁਰੂ ਵਿੱਚ ਹੀ ਸ਼ਾਦੀ ਲਈ ਪਰਮੇਸ਼ਰ ਦਾ ਮਕਸਦ ਸੀ। ਇਕੱਠੇ ਹੋਣ ਦੀ ਘਟਨਾ ਉਸ ਘੜੀ ਤੋਂ ਜਦ ਪਰਮੇਸ਼ਰ ਹਵਾ ਨੂੰ ਲੈ ਕੇ ਆਦਮ ਕੋਲ ਲੈ ਕੇ ਆਇਆ। ਆਦਮੀ ਅਤੇ ਤੀਵੀਂ ਨੂੰ ਜੋੜ ਕੇ ਰਹਿਣਾ ਸੀ, ਇੱਕ ਜੋੜੇ ਦੀ ਤਰ੍ਹਾਂ ਅਤੇ ਇੱਕ ਟੀਮ ਦੀ ਤਰ੍ਹਾਂ। ਇਕੱਠ ਆਦਮੀ ਹੁਣ ਕੁਆਰਾ ਨਹੀਂ ਸੀ, ਹੁਣ ਤੋਂ ਅੱਗੇ ਲਈ ਆਪਣੀ ਪਤਨੀ ਦੇ ਨਾਲ ਖਾ ਸਕਦਾ ਸੀ।
ਸੋ ਸਕਦਾ ਸੀ, ਭਗਤੀ ਕਰ ਸਕਦਾ ਸੀ ਅਤੇ ਬਗੀਚੇ ਦੀ ਦੇਖਭਾਲ ਕਰ ਸਕਦਾ ਸੀ ਔਰ ਦੋਨੋਂ ਇਕੱਠੇ ਆਨੰਦ ਮਾਣ ਸਕਦੇ ਸਨ। ਉਹਨਾਂ ਨੂੰ ਇਹ ਸਭ ਇਕੱਠਾ ਹੀ ਕਰਨਾ ਸੀ। ਜੋ ਕੁਝ ਵੀ ਉਸ ਵੇਲੇ ਜੀਵਨ ਸੀ, ਆਦਮ ਅਤੇ ਹਵਾ ਨੇ ਮਿਲ ਕੇ ਹੀ ਇਸ ਦਾ ਸਾਹਮਣਾ ਕਰਨਾ ਸੀ। ਪਰਮੇਸ਼ਰ ਦੇ ਦਿਲ ਵਿੱਚ ਸ਼ਾਦੀ ਦਾ ਮਕਸਦ ਬਦਲਿਆ ਨਹੀਂ ਅਤੇ ਨਾ ਹੀ ਬਦਲੇਗਾ। ਮਨੁੱਖ ਜਾਤੀ ਲਈ ਉਸ ਦੀ ਯੋਜਨਾ ਹਮੇਸ਼ਾ ਲਈ ਇਸੇ ਤਰ੍ਹਾਂ ਹੀ ਬਣੀ ਰਹੇਗੀ। ਇੱਕ ਲੇਖਕ ਨੇ ਇਸ ਬਾਰੇ ਇਸ ਤਰ੍ਹਾਂ ਬਿਆਨ ਕੀਤਾ ਹੈ, ਪਤੀ ਅਤੇ ਪਤਨੀ ਆਨੰਦ ਅਤੇ ਦੁੱਖ ਨੂੰ ਵੰਡਣ ਦੇ ਯੋਗ ਹਨ। ਉਹ ਕੜੀ ਮਿਹਨਤ ਅਤੇ ਸੁੱਖ ਲਈ ਇੱਕ ਦੂਜੇ ਦੇ ਭਾਗੀ ਹਨ। ਇੱਕ ਬੱਚਾ ਉਹਨਾਂ ਨੂੰ ਮਿਲ ਜਾਂਦਾ ਹੈ, ਉਹ ਉਸ ਦੀ ਦੇਖਭਾਲ ਕਰਦੇ ਹਨ ਅਤੇ ਬਾਅਦ ਵਿੱਚ ਬੱਚਾ ਮਾਂ ਕੋਲੋਂ ਪਿਓ ਦੀ ਬਾਹਾਂ ਵਿੱਚ ਜਾਣ ਲਈ ਪਹਿਲਾ ਕਦਮ ਚੁੱਕਦਾ ਹੈ। ਜਦ ਕਦੇ-ਕਦੇ ਉਹ ਬਿਮਾਰ ਹੁੰਦਾ ਹੈ, ਦੋਵੇਂ ਮਿਲ ਕੇ ਉਸ ਦੀ ਦੇਖਭਾਲ ਕਰਦੇ ਹਨ ਅਤੇ ਉਹਨਾਂ ਦੁਆਰਾ ਇਕੱਠੇ ਹੋ ਕੇ ਕੀਤੀ ਗਈ ਪ੍ਰਾਰਥਨਾ ਪਰਮੇਸ਼ਰ ਤੱਕ ਪਹੁੰਚਦੀ ਹੈ। ਜਦ ਦੋਵਾਂ ਵਿੱਚੋਂ ਇੱਕ ਬਿਮਾਰ ਹੋ ਜਾਂਦਾ ਹੈ, ਤਾਂ ਦੂਜਾ ਦੋਹਾਂ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਜੇ ਤੰਗੀ ਆ ਜਾਂਦੀ ਹੈ ਤਾਂ ਉਹ ਜਾਣਦੇ ਹਨ, ਘੱਟ ਖਰਚ ਕਰੀਏ ਅਤੇ ਇਸ ਸਮੱਸਿਆ ਲਈ ਕਈ ਰਾਸਤੇ ਲੱਭ ਲੈਂਦੇ ਹਨ। ਪਤੀ ਪਤਨੀ ਨਾ ਕਿ ਬੀਤੇ ਸਮੇਂ ਦੇ ਦੁੱਖ ਸੁੱਖ ਨੂੰ ਵੰਡਦੇ ਹਨ, ਬਲਕਿ ਆਉਣ ਵਾਲੇ ਸਮੇਂ ਵਿੱਚ ਵੀ ਵੰਡਣ ਲਈ ਤਿਆਰ ਰਹਿੰਦੇ ਹਨ। ਮਿਲ ਕੇ ਯੋਜਨਾ ਬਣਾਉਂਦੇ ਹਨ ਅਤੇ ਆਸ਼ਾ ਕਰਦੇ ਹਨ ਅਤੇ ਹਰੇਕ ਅੱਛੀ ਗੱਲ ਲਈ ਉਤਸੁਕ ਹੁੰਦੇ ਹਨ। ਪਰਮੇਸ਼ਰ ਦੋਵਾਂ ਨੂੰ ਆਪਣੇ ਹੱਥ ਨਾਲ ਸੰਭਾਲਦਾ ਹੈ। ਇਹ ਹੀ ਸ਼ਾਦੀ ਹੈ। ਪ੍ਰੇਮ ਬੰਧਨ ਜੋ ਬਾਰ-ਬਾਰ ਬਾਈਬਲ ਵਿੱਚ ਇਸਤੇਮਾਲ ਹੁੰਦਾ ਹੈ ਅਤੇ ਕੇਵਲ ਇਹੀ ਤਰੀਕਾ ਹੈ ਜਿਸ ਦੇ ਦੁਆਰਾ ਮਨੁੱਖ ਲਈ ਪਰਮੇਸ਼ਰ ਦਾ ਪਿਆਰ ਝਲਕਦਾ ਹੈ ਅਤੇ ਇਸ ਤਰ੍ਹਾਂ ਦੀ ਹੀ ਵਾਚਾ ਲੋਕਾਂ ਲਈ ਪਰਮੇਸ਼ਰ ਦੀ ਹੈ। ਪਰਮੇਸ਼ਰ ਇਸ ਤਰ੍ਹਾਂ ਦਾ ਹੀ ਸੰਬੰਧ ਸਾਡੇ ਕੋਲੋਂ ਚਾਹੁੰਦਾ ਹੈ ਤਾਂ ਕਿ ਸਾਡਾ ਉਸ ਦੇ ਨਾਲ ਸੰਬੰਧ ਅਤੇ ਪਤੀ ਪਤਨੀ ਦਾ ਆਪੋ ਵਿੱਚ ਸੰਬੰਧ ਬਣਿਆ ਰਹੇ। ਇਸ ਲਈ ਸ਼ਾਦੀ ਵਿੱਚ ਜਦ ਦੋ ਆਤਮਾਵਾਂ ਪਰਮੇਸ਼ਰ ਦੇ ਸਾਹਮਣੇ ਇਹੋ ਜਿਹਾ ਸੰਬੰਧ ਬਣਾਉਣ ਲਈ ਇਕਰਾਰ ਕਰਦੀਆਂ ਹਨ ਤਾਂ ਉਹ ਜੀਵਨ ਦਾ ਸਾਹਮਣਾ ਆਸਾਨੀ ਨਾਲ ਕਰ ਸਕਦੀਆਂ ਹਨ। ਪਰਮੇਸ਼ਰ ਦੇ ਸਾਹਮਣੇ ਇਸ ਤਰ੍ਹਾਂ ਦਾ ਇਕਰਾਰ ਉਹਨਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ। ਇਸ ਦਾ ਮਤਲਬ ਸਾਫ਼ ਹੈ, ਜੇ ਤੁਸੀਂ ਇਸ ਇਕੱਠ ਦਾ ਇੱਕ ਹਿੱਸਾ ਬਣਨ ਨੂੰ ਤਿਆਰ ਹੁੰਦੇ ਹੋ ਤਾਂ ਤੁਸੀਂ ਆਪਣੇ ਦੂਜੇ ਸਾਥੀ ਨਾਲ ਮਿਲ ਕੇ ਮਿਹਨਤ ਕਰਦੇ ਹੋ ਅਤੇ ਸਫਲ ਹੋ ਜਾਂਦੇ ਹੋ। ਇਸ ਤਰ੍ਹਾਂ ਜੀਵਨ ਆਸਾਨ ਬਣ ਜਾਂਦਾ ਹੈ ਅਤੇ ਅਸੀਂ ਇਸ ਦਾ ਆਨੰਦ ਲੈ ਸਕਦੇ ਹਾਂ। ਸੁਭ ਉਪਦੇਸ਼ਕ ਦੇ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਹੀ ਹੈਰਾਨੀ ਹੁੰਦੀ ਹੈ ਕਿ ਤੁਹਾਨੂੰ ਇਹ ਸ਼ਬਦ ਯਾਦ ਹਨ। ਇੱਕ ਨਾਲੋਂ ਦੋ ਚੰਗੇ ਹਨ, ਕਿਉਂ ਜੋ ਉਹਨਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ। ਕਿਉਂ ਜੋ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕ ਲੈਂਦਾ ਹੈ, ਪਰ ਹਾਏ ਉਹਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ, ਕਿਉਂ ਜੋ ਉਸ ਦਾ ਕੋਈ ਉਹਨੂੰ ਉਠਾਉਣ ਵਾਲਾ ਦੂਜਾ ਨਹੀਂ। ਫਿਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਉਹ ਗਰਮ ਹੁੰਦੇ ਹਨ, ਪਰ ਇਕੱਲਾ ਕਿੱਕਰ ਗਰਮ ਹੋਵੇ ਅਤੇ ਜੇ ਕੋਈ ਇੱਕ ਉੱਤੇ ਪ੍ਰਬਲ ਹੋ ਜਾਵੇ ਤਾਂ ਉਹ ਦੋਵੇਂ ਉਹਦੇ ਨਾਲ ਮੱਥਾ ਲਾ ਸਕਦੇ ਹਨ ਅਤੇ ਤੇਰੀ ਰੱਸੀ ਝੱਬਦੇ ਨਹੀਂ ਟੁੱਟਦੀ। ਉਪਦੇਸ਼ਕ ਦੀ ਪੋਥੀ 4 ਅਧਿਆਏ 9 ਵਚਨ ਤੋਂ ਲੈ ਕੇ 12 ਵਚਨ ਤੱਕ। ਜਦ ਅਸੀਂ ਸ਼ਾਦੀ ਕਰਨ ਦੀ ਚੋਣ ਕਰ ਲੈਂਦੇ ਹਾਂ, ਅਸੀਂ ਇੱਕ ਇਕੱਠ ਦਾ ਹਿੱਸਾ ਬਣ ਜਾਂਦੇ ਹਾਂ। ਇਤਿਹਾਸ ਦੀ ਸਭ ਤੋਂ ਪੁਰਾਣੀ ਅਤੇ ਮੂਲ ਇਕੱਠ ਦੂਜੀਆਂ ਟੀਮਾਂ ਦੀ ਤਰ੍ਹਾਂ ਸ਼ਾਦੀ ਵਿੱਚ ਵੀ ਉਤਰਾਈ ਚੜਾਈਆਂ ਹੁੰਦੀਆਂ ਹਨ। ਕੋਈ ਵੀ ਸ਼ਾਦੀ ਸਵਰਗ ਦੀ ਸ਼ੀਸ਼ੇ ਵਿੱਚ ਬੇਦਾਗ ਨਹੀਂ। ਜੇ ਕੋਈ ਇਸ ਤਰ੍ਹਾਂ ਕਹਿੰਦਾ ਹੈ ਤਾਂ ਉਹ ਸੱਚ ਨਹੀਂ ਕਹਿੰਦਾ। ਹਰੇਕ ਸ਼ਾਦੀ ਦੀਆਂ ਆਪਣੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਪਾਰ ਲੰਘਣਾ ਹੁੰਦਾ ਹੈ। ਲੇਖਕ ਕਰੋਲ ਮਹਿਲ ਨੇ ਸ਼ਾਦੀ ਦੇ ਬਾਰੇ ਇਸ ਤਰ੍ਹਾਂ ਬਿਆਨ ਕੀਤਾ ਹੈ, ਸ਼ਾਦੀ ਇੱਕ ਪਹੇਲੀ ਦਾ ਵਿਸ਼ਾਲ ਰੂਪ ਹੈ, ਬਹੁਤ ਵੱਡਾ ਗੁੰਝਲਦਾਰ ਪ੍ਰਸ਼ਨ ਹੈ। ਦੁੱਖ ਦੇ ਨਾਲ ਉਚਿਤ ਦੀ ਦੇਖਭਾਲ ਕਰਨੀ ਪੈਂਦੀ ਹੈ। ਦੁੱਖ ਅਤੇ ਸੁੱਖ ਹੈ, ਖੁਸ਼ੀ ਅਤੇ ਗਮ ਹੈ। ਇਹ ਇੱਕ ਦੁਨਿਆਵੀ ਗੱਲਾਂ ਦਾ ਮਿਲਿਆ ਜੁਲਿਆ ਰੂਪ ਹੈ। ਜਿਸ ਜੀਵਨ ਵਿੱਚ ਹਵਾਵਾਂ, ਲਹਿਰਾਂ, ਬੁਲਬੁਲੇ ਆਉਂਦੇ ਜਾਂਦੇ ਰਹਿੰਦੇ ਹਨ। ਇਹਨਾਂ ਦਿਨਾਂ ਵਿੱਚ ਤੂਫਾਨ, ਸੂਰਜ ਦੀ ਗਰਮੀ, ਓਲੇ, ਹਵਾ ਅਤੇ ਬਾਰਿਸ਼ ਆਉਂਦੀ ਹੈ। ਇੰਦਰ ਧੁਨਸ ਦੇ ਕਈ ਰੰਗਾਂ ਦੀ ਸ਼ੈਡ ਇਸ ਜੀਵਨ ਵਿੱਚ ਚਮਕਦੀ ਹੈ। ਲਾਲ, ਬੈਂਗਨੀ, ਪੀਲਾ, ਗ੍ਰੇ ਇਸ ਦੇ ਅੰਦਰ ਆਤਮਿਕਤਾ, ਦੂਰੀ, ਨਜ਼ਦੀਕੀ, ਅਲਗਾਓ ਹੈ। ਇਹ ਇੱਕ ਚੋਣ ਹੈ ਅਤੇ ਇਸ ਦੇ ਦੁਆਰਾ ਅਸੀਂ ਸਮਝਦਾਰੀ ਅਤੇ ਖੁਸ਼ੀ ਨੂੰ ਚੁਣ ਸਕਦੇ ਹਾਂ। ਇਹ ਹੀ ਸ਼ਾਦੀ ਹੈ। ਨੰਬਰ 2, ਸ਼ਾਦੀ ਇੱਕ ਸਰੀਰ ਹੋਣ ਦਾ ਭੇਦ ਹੈ। ਅਸਲ ਵਿੱਚ ਸ਼ਾਦੀ ਪਰਮੇਸ਼ਰ ਦੀ ਸੋਚ ਦਾ ਹੀ ਸਰੂਪ ਹੈ। ਇੱਕ ਸਰੀਰ ਹੋਣ ਦਾ ਭੇਦ ਹੈ। ਯਸੂ ਨੇ ਸ਼ਾਦੀ ਨੂੰ ਇਕੱਠ ਹੋਣ ਦੀ ਘਟਨਾ ਕਰਕੇ ਬਿਆਨ ਕੀਤਾ। ਉਸਨੇ ਨਾ ਕੇਵਲ ਆਪਸੀ ਸਹਿਯੋਗ ਦੇ ਬਾਰੇ ਜ਼ੋਰ ਦਿੱਤਾ ਅਤੇ ਪਤੀ ਪਤਨੀ ਦੇ ਇਸੇ ਤਰ੍ਹਾਂ ਇਕੱਠੇ ਹੋਣ ਦੇ ਕਾਫੀ ਫਾਇਦੇ ਦੱਸੇ, ਪਰ ਉਹਨਾਂ ਨੇ ਇੱਕ ਸਰੀਰ ਹੋਣ ਦੇ ਰਹੱਸ ਨੂੰ ਪ੍ਰਗਟ ਕੀਤਾ। ਮੱਤੀ 19 ਅਧਿਆਏ 4 ਵਚਨ ਤੋਂ ਲੈ ਕੇ 6 ਵਚਨ ਤੱਕ। ਉਸਨੇ ਉੱਤਰ ਦਿੱਤਾ ਕਿ ਤੁਸਾਂ ਇਹ ਨਹੀਂ ਪੜ੍ਹਿਆ, ਭਾਈ ਜਿਸ ਨੂੰ ਉਹਨਾਂ ਨੇ ਬਣਾਇਆ
ਉਹਨੂੰ ਮੁੰਡੋ ਨਰ ਅਤੇ ਨਾਰੀ ਬਣਾਇਆ ਅਤੇ ਕਿਹਾ, ਜੋ ਇਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਸੋ ਉਹ ਹੁਣ ਤੋਂ ਦੋ ਨਹੀਂ ਬਲਕਿ ਇੱਕ ਸਰੀਰ ਹਨ। ਸੋ ਜੋ ਕੁਝ ਪਰਮੇਸ਼ਰ ਨੇ ਜੋੜ ਦਿੱਤਾ ਹੈ ਉਹਨੂੰ ਮਨੁੱਖ ਅੱਡ ਨਾ ਕਰੇ। ਯਿਸੂ ਦੇ ਅਨੁਸਾਰ ਸ਼ਾਦੀ ਇੱਕ ਜ਼ਿੰਮੇਵਾਰੀ ਹੈ ਅਤੇ ਇੱਕ ਦੂਜੇ ਦਾ ਸਹਿਯੋਗ ਕਰਨ ਲਈ ਬੰਧਨ ਹੈ, ਜਿਸ ਨੂੰ ਪੂਰੀ ਜ਼ਿੰਦਗੀ ਨਿਭਾਉਣਾ ਹੁੰਦਾ ਹੈ। ਪਰਮੇਸ਼ਰ ਸ਼ਾਦੀ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਇਹ ਦੋ ਜੀਵ ਦਾ ਸਹਾਰਾ ਅਤੇ ਆਤਮਿਕ ਬੰਧਨ ਹੈ। ਸ਼ਾਦੀ ਵਿੱਚ ਦੋ ਜਣੇ ਇੱਕ ਹੋ ਜਾਂਦੇ ਹਨ। ਬਾਈਬਲ ਵਿੱਚ ਪਰਮੇਸ਼ਰ ਨੇ ਇੱਕ ਸਰੀਰ ਹੋਣ ਨੂੰ 5 ਵਾਰ ਇਸਤੇਮਾਲ ਕੀਤਾ ਹੈ, ਜੋ ਦਰਸਾਉਂਦਾ ਹੈ ਇੱਕ ਮਨੁੱਖ ਅਤੇ ਤੀਵੀਂ ਦਾ ਮਿਲਣ ਨੂੰ, ਜਿਸ ਨੂੰ ਅਸੀਂ ਸ਼ਾਦੀ ਆਖਦੇ ਹਾਂ। ਅਸੀਂ ਅਕਸਰ ਇੱਕ ਸਰੀਰ ਨੂੰ ਸ਼ਾਦੀ ਦਾ ਸਰੀਰਕ ਸੰਬੰਧ ਹੋਣਾ ਹੀ ਸਮਝਦੇ ਹਾਂ, ਪਰ ਇਸ ਦੇ ਉੱਪਰ ਵੀ ਬਹੁਤ ਕੁਝ ਹੈ। ਸ਼ਾਦੀ ਵਿੱਚ ਇੱਕ ਸਰੀਰ ਹੋਣਾ ਸਰੀਰਕ ਹੈ, ਪਰ ਇਸ ਦੇ ਉੱਪਰ ਵੀ ਬਹੁਤ ਕੁਝ ਹੈ ਜੋ ਰਹੱਸ ਹੈ। ਸ਼ਾਦੀ ਦਰਸਾਉਂਦੀ ਹੈ ਔਰਤ ਦਾ ਹਰ ਤਰ੍ਹਾਂ ਮਰਦ ਵੱਲੋਂ ਹੋ ਜਾਣਾ ਅਤੇ ਮਰਦ ਦਾ ਔਰਤ ਵੱਲ ਹੋ ਜਾਣਾ। ਇਹ ਸਰੀਰਕ, ਭਾਵਨਾਤਮਕ ਅਤੇ ਆਤਮਿਕ ਰੂਪ ਵਿੱਚ ਇੱਕ ਹੋਣਾ ਹੈ। ਸ਼ਾਦੀ ਵਿੱਚ ਇੱਕ ਸਰੀਰ ਪੂਰਨਤਾ ਤਦ ਹੁੰਦੀ ਹੈ ਜਦ ਦੋਵੇਂ ਜਨ ਪ੍ਰੇਮਪੂਰਵਕ ਆਪਣੇ ਜੀਵਨ ਵਿੱਚ ਪਾਪ ਨੂੰ ਆਉਣ ਲਈ ਜਗ੍ਹਾ ਨਾ ਦੇਣ। ਮਸੀਹ ਜੋੜ ਲਈ ਸ਼ਾਦੀ ਇੱਕ ਨਵਾਂ ਜੀਵਨ ਹੈ ਜੋ ਦੋ ਜਣਿਆਂ ਵਿੱਚ ਸਥਾਪਿਤ ਹੁੰਦਾ ਹੈ। ਪਰਮੇਸ਼ਰ ਦੋ ਜਨ ਲਈ ਇੱਛਾ ਹੈ। ਸਰੀਰ, ਮਨ ਅਤੇ ਆਤਮਾ, ਤਿੰਨਾਂ ਚੀਜ਼ਾਂ ਵਿੱਚ ਹਰ ਤਰ੍ਹਾਂ ਇੱਕ ਰੂਪਤਾ ਹੈ। ਸ਼ਾਦੀ ਵਿੱਚ ਇੱਕ ਸਰੀਰ ਦਾ ਅਰਥ ਇਹ ਨਹੀਂ ਕਿ ਦੋ ਸਰੀਰ ਬਣ ਕੇ ਇੱਕ ਨਵਾਂ ਸਰੀਰ ਬਣ ਗਿਆ ਹੈ, ਬਲਕਿ ਇਹਦਾ ਅਰਥ ਹੈ ਦੋ ਜਨ ਆਪਸੀ ਸਹਿਮਤੀ ਨਾਲ ਇੱਕੋ ਹੀ ਵਿਚਾਰ ਨੂੰ ਪ੍ਰਗਟ ਕਰਨ, ਸਰੀਰ, ਮਨ ਅਤੇ ਆਤਮਾ ਵਿੱਚ। ਇਸ ਲਈ ਸ਼ਾਦੀ ਵਿੱਚ ਇੱਕ ਮਨੁੱਖ ਅਤੇ ਤੀਵੀਂ ਇੱਕ ਸਰੀਰ ਹੋ ਜਾਂਦੇ ਹਨ। ਹੁਣ ਉਹ ਆਪੋ ਵਿੱਚ ਉਹ ਅੱਡ ਨਹੀਂ ਹਨ, ਦੋਵੇਂ ਹੀ ਇੱਕ ਸੋਚ ਅਤੇ ਸਮਝ ਹੈ। ਹੁਣ ਉਹਨਾਂ ਦੋਵਾਂ ਵਿੱਚ ਕੋਈ ਉੱਚਾ ਜਾਂ ਨੀਵਾਂ ਨਹੀਂ, ਹੁਣ ਉਹ ਦੋਵੇਂ ਇੱਕ ਹਨ। ਕੌਣ ਇਸ ਨੂੰ ਸਮਝ ਸਕਦਾ ਹੈ, ਜਾਂ ਇਸ ਭੇਦ ਦੀ ਵਿਆਖਿਆ ਕੌਣ ਕਰ ਸਕਦਾ ਹੈ ਕਿ ਦੋ ਜਨ ਇੱਕ ਹਨ? ਇੱਕ ਸਰੀਰ। ਇੱਕ ਵਾਰ ਮੈਨੂੰ ਕਿਸੇ ਨੇ ਦੱਸਿਆ, ਜਦ ਇੱਕ ਜੋੜਾ ਲੰਮੇ ਸਮੇਂ ਤੱਕ ਇੱਕ ਦੂਜੇ ਦੇ ਨਾਲ ਰਹਿੰਦਾ ਹੈ ਤਦ ਇੰਜ ਹੁੰਦਾ ਹੈ ਤਾਂ ਕਿ ਇੱਕ ਦੂਜੇ ਨੂੰ ਆਪਣੇ ਵਰਗਾ ਹੀ ਸਮਝਦੇ ਹਨ ਅਤੇ ਜਾਣਦੇ ਹਨ ਤੁਸੀਂ ਵੀ ਇੰਜ ਆਖੋਗੇ। ਉਹ ਨਹੀਂ, ਇਹ ਸੱਚ ਨਹੀਂ ਹੈ, ਪਰ ਇਹ ਸੱਚ ਹੈ, ਅਸੀਂ ਇੱਕ ਦੂਜੇ ਦੇ ਗੁਣ ਲੈ ਲੈਂਦੇ ਹਾਂ। ਨੰਬਰ 3, ਸ਼ਾਦੀ ਪ੍ਰੇਮ ਦੀ ਸੁਰੱਖਿਆ। ਇਹ ਸੱਚ ਹੈ, ਸ਼ਾਦੀ ਵਿੱਚ ਪ੍ਰੇਮ ਦੀ ਸੁਰੱਖਿਆ ਹੈ। ਸ਼ਾਦੀ ਉਹ ਸਥਾਨ ਹੈ ਜਿੱਥੇ ਤੁਸੀਂ ਸੁਰੱਖਿਅਤ ਰਹਿੰਦੇ ਹੋ ਤਾਂ ਕਿ ਪਾਪ ਦਾ ਪ੍ਰਵੇਸ਼ ਨਾ ਹੋ ਸਕੇ। ਆਦਮ ਅਤੇ ਹਵਾ ਇੱਕ ਦੂਜੇ ਦੇ ਪ੍ਰੇਮ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸੀ ਅਤੇ ਉਹਨਾਂ ਨੂੰ ਕਿਸੇ ਚੀਜ਼ ਨਾਲ ਢੱਕਣ ਦੀ ਜ਼ਰੂਰਤ ਨਹੀਂ ਸੀ। ਉਤਪਤੀ 2:25 ਵਚਨ ਦੱਸਦਾ ਹੈ, ਉਹ ਦੋਨੇ ਨੰਗੇ ਸਨ, ਮਰਦ ਔਰ ਉਹਦੀ ਤੀਵੀਂ, ਪਰ ਸੰਗਦੇ ਨਹੀਂ ਸਨ। ਡਿੱਗਣ ਤੋਂ ਪਹਿਲਾਂ ਇਹ ਮਰਦ ਅਤੇ ਤੀਵੀਂ ਸਵਾਰਥੀ ਨਹੀਂ ਸਨ। ਜੋ ਕੁਝ ਉਹਨਾਂ ਦਾ ਆਪਣਾ ਸੀ ਇੱਕ ਦੂਜੇ ਤੇ ਪ੍ਰਗਟ ਸੀ। ਉਹ ਇੱਕ ਦੂਜੇ ਨਾਲ ਖੁੱਲੇ ਹੋਏ ਸਨ। ਉਹ ਇੱਕ ਦੂਜੇ ਤੇ ਵਿਸ਼ਵਾਸ ਕਰਦੇ ਸਨ ਅਤੇ ਇੱਕ ਦੂਜੇ ਨੂੰ ਸਵੀਕਾਰ ਕਰਨ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਸਨ। ਤਦ ਪਾਪ ਨੇ ਆ ਕੇ ਸਭ ਕੁਝ ਬਦਲ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਡਿੱਗਣ ਦੇ ਬਾਵਜੂਦ ਮਸੀਹ ਯਿਸੂ ਵਿੱਚ ਸ਼ਾਦੀ ਫਿਰ ਖੁੱਲ ਸਕਦੀ ਹੈ ਅਤੇ ਸਵਾਰਥ ਖਤਮ ਹੋ ਸਕਦਾ ਹੈ, ਕਿਉਂਕਿ ਅਸੀਂ ਉਸ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਅਤੇ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਇੱਕ ਦੂਜੇ ਨਾਲ ਪ੍ਰੇਮ ਕਰਨ ਲੱਗ ਜਾਂਦੇ ਹਾਂ। ਅਸੀਂ ਸਮਝ ਜਾਂਦੇ ਹਾਂ ਯਿਸੂ ਮਸੀਹ ਵਿੱਚ ਕੁਝ ਸਿੱਧ ਨਹੀਂ ਕਰਨਾ, ਕਿਉਂਕਿ ਉਸ ਵਿੱਚ ਅਸੀਂ ਪਹਿਲਾਂ ਹੀ ਪੂਰੇ ਸੁਰੱਖਿਅਤ ਹਾਂ, ਜੋ ਪਰਮੇਸ਼ਰ ਨੇ ਸਾਨੂੰ ਇੱਕ ਮਸੀਹ ਸ਼ਾਦੀ ਵਿੱਚ ਦਿੰਦਾ ਹੈ। ਉਸ ਦੇ ਕਾਰਨ ਅਸੀਂ ਲੜਾਈਆਂ ਝਗੜਿਆਂ ਤੋਂ ਦੂਰ ਰਹਿੰਦੇ ਹਾਂ ਅਤੇ ਕੋਈ ਵੀ ਗਲਤ ਕੰਮ ਨਹੀਂ ਕਰਦੇ। ਅਸੀਂ ਸ਼ਾਦੀ ਲਈ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਦੂਸਰੇ ਨੇ ਮੈਨੂੰ ਸਵੀਕਾਰ ਕੀਤਾ ਹੈ ਅਤੇ ਸੁਪਨੇ ਵਿੱਚ ਵੀ ਇਸ ਤਰ੍ਹਾਂ ਨਹੀਂ ਪੁੱਛਦੇ ਕਿ ਮੈਂ ਤੇਰੇ ਯੋਗ ਹਾਂ ਜਾਂ ਨਹੀਂ। ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਾਂ ਅਤੇ ਜਾਣਦੇ ਹਾਂ ਕਿ ਸਾਡਾ ਦੂਜਾ ਜਨ ਸਾਨੂੰ ਪਿਆਰ ਕਰਦਾ ਹੈ, ਇਸ ਲਈ ਨਹੀਂ ਕਿ ਜੋ ਅਸੀਂ ਕਰਦੇ ਹਾਂ ਆਖਦੇ ਹਾਂ, ਪਰ ਇਸ ਲਈ ਪਰਮੇਸ਼ਰ ਜਾਣਦਾ ਹੈ ਕਈ ਵਾਰ ਅਸੀਂ ਇੰਜ ਕਰ ਸਕਦੇ ਹਾਂ ਕਿਉਂਕਿ ਅਸੀਂ ਇੰਜ ਦੇ ਹੀ ਹਾਂ। ਸ਼ਾਦੀ ਇੱਕ ਇਮਾਰਤ ਦੀ ਤਰ੍ਹਾਂ ਹੈ ਜੋ ਸਾਨੂੰ ਸੁਰੱਖਿਆ ਦਿੰਦੀ ਹੈ। ਪਰਮੇਸ਼ਰ ਚਾਹੁੰਦਾ ਹੈ ਇਸ ਨੂੰ ਬਣਾਈ ਰੱਖੋ। ਮੈਂ ਉਸ ਬੁੱਧੀਮਾਨ ਲੇਖਕ ਨਾਲ ਸਹਿਮਤ ਹਾਂ ਜਿਸ ਨੇ ਇੰਜ ਆਖਿਆ, ਸ਼ਾਦੀ ਦੀ ਸ਼ੁਰੂਆਤ ਤਦ ਹੁੰਦੀ ਹੈ ਜਦ ਦੋ ਵਿਅਕਤੀ ਵਫਾਦਾਰੀ ਨਾਲ ਬਿਨਾਂ ਕਿਸੇ ਯੋਗਤਾ ਦੇ ਆਪਣੇ ਜੀਵਨ ਦੇ ਅੰਤ ਤੱਕ ਇੱਕ ਦੂਜੇ ਲਈ ਹੋਣ ਲਈ ਵਾਅਦਾ ਕਰਦੇ ਹਨ। ਬੋਲੇ ਗਏ ਵਾਅਦੇ ਦਾ ਮਤਲਬ ਕੁਝ ਹੋਰ ਹੁੰਦਾ ਹੈ। ਸ਼ਾਦੀ ਵਿੱਚ ਆਪਣੇ ਆਪ ਨੂੰ ਦੂਜੇ ਲਈ ਸੌਂਪਣਾ ਹੁੰਦਾ ਹੈ। ਮੈਂ ਤੇਰੇ ਨਾਲ ਜੀਵਨ ਦੇ ਅੰਤ ਤੱਕ ਵਫਾਦਾਰ ਹੋਣ ਦਾ ਵਾਅਦਾ ਕਰਦਾ ਹਾਂ।
ਜਾਂ ਕਰਦੀ ਹਾਂ। ਇਸ ਤਰ੍ਹਾਂ ਦੇ ਬੋਲ ਇੱਕ ਦੂਜੇ ਲਈ ਇੱਕ ਨਵਾਂ ਵਿਸ਼ਵਾਸ ਪੈਦਾ ਕਰਦੇ ਹਨ। ਇਸ ਤਰ੍ਹਾਂ ਦੀ ਪ੍ਰਤੀਗਿਆ ਆਪਸੀ ਸੰਬੰਧ ਦੀ ਨੀਂਹ ਹੁੰਦੀ ਹੈ, ਜਿਸ ਉੱਤੇ ਸਾਰਾ ਜੀਵਨ ਨਿਰਭਰ ਹੁੰਦਾ ਹੈ। ਜਦ ਤੁਸੀਂ ਇਹ ਜਾਣਦੇ ਹੋ ਕਿ ਇੱਕ ਵਿਅਕਤੀ ਨੇ ਤੁਹਾਡੇ ਨਾਲ ਪ੍ਰਤੀਗਿਆ ਕੀਤੀ ਹੈ ਅਤੇ ਤੁਸੀਂ ਉਸ ਨਾਲ ਕੀਤੀ ਹੈ, ਤਾਂ ਤੁਸੀਂ ਇੱਕ ਐਸੇ ਵਿਸ਼ਵਾਸ ਵਿੱਚ ਪ੍ਰਵੇਸ਼ ਕਰਦੇ ਹੋ ਕਿ ਹੋਰ ਕੋਈ ਵੀ ਬੰਧਨ ਇਸ ਤੋਂ ਉੱਪਰ ਨਹੀਂ ਹੋ ਸਕਦਾ। ਜਦ ਇੱਕ ਮਰਦ ਅਤੇ ਤੀਵੀਂ ਇਸ ਤਰ੍ਹਾਂ ਦੀ ਸੁਰੱਖਿਆ ਦੇ ਅੰਦਰ ਆ ਜਾਂਦੇ ਹਨ ਅਤੇ ਆਪਸੀ ਸਬੰਧ ਤੇ ਵਿਸ਼ਵਾਸ ਕਰਦੇ ਹਨ, ਤਦ ਸ਼ਾਦੀ ਦਾ ਭਰਪੂਰ ਆਨੰਦ ਲੈਂਦੇ ਹਨ। ਕੈਰੋਲਾਈਨ ਡੇਵਿਸ ਇਸ ਸਬੰਧ ਦੇ ਬਾਰੇ ਆਪਣੀ ਕਵਿਤਾ ਵਿੱਚ ਇਸ ਤਰ੍ਹਾਂ ਬਿਆਨ ਕਰਦੀ ਹੈ, ਜਿਸ ਨੂੰ ਮੈਂ ਕਈ ਸਾਲਾਂ ਤੋਂ ਸੰਭਾਲ ਕੇ ਰੱਖਿਆ ਹੈ। ਉਹ ਇਹ ਲਿਖਦੀ ਹੈ, ਮੈਂ ਤੈਨੂੰ ਪ੍ਰੇਮ ਕਰਦੀ ਹਾਂ, ਇਸ ਲਈ ਨਹੀਂ ਕਿ ਤੂੰ ਕੀ ਹੈ, ਇਸ ਲਈ ਕਿ ਮੈਂ ਕੀ ਹਾਂ। ਜਦ ਮੈਂ ਤੇਰੇ ਨਾਲ ਹੁੰਦੀ ਹਾਂ, ਮੈਂ ਤੈਨੂੰ ਪ੍ਰੇਮ ਕਰਦੀ ਹਾਂ, ਕੇਵਲ ਇਸ ਲਈ ਨਹੀਂ ਕਿ ਤੂੰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਹੈ, ਪਰ ਇਸ ਲਈ ਤੂੰ ਮੈਨੂੰ ਇੰਜ ਦਾ ਬਣਾ ਰਿਹਾ ਹੈ। ਮੈਂ ਤੈਨੂੰ ਪ੍ਰੇਮ ਕਰਦੀ ਹਾਂ ਆਪਣੇ ਉਸ ਹਿੱਸੇ ਲਈ ਜੋ ਤੂੰ ਮੇਰੇ ਲਈ ਲਿਆਇਆ ਹੈ। ਮੈਂ ਤੈਨੂੰ ਪ੍ਰੇਮ ਕਰਦੀ ਹਾਂ, ਤੂੰ ਜੋ ਆਪਣਾ ਹੱਥ ਰੱਖਦਾ ਹੈ ਮੇਰੇ ਦਿਲ ਉੱਤੇ, ਅਤੇ ਹਰੇਕ ਚੀਜ਼ ਟਲ ਜਾਂਦੀ ਹੈ, ਸਾਰੀ ਬੇਵਕੂਫੀ ਅਤੇ ਕਮਜ਼ੋਰ ਚੀਜ਼ਾਂ। ਤੂੰ ਸਹਾਇਤਾ ਨਹੀਂ ਕਰ ਸਕਦਾ ਜੇ ਸਪਸ਼ਟ ਨਜ਼ਰ ਆਵੇ ਅਤੇ ਬਾਹਰ ਕੱਢ ਕੇ ਰੌਸ਼ਨੀ ਵਿੱਚ ਮੇਰੀਆਂ ਸਾਰੀਆਂ ਖੂਬਸੂਰਤ ਚੀਜ਼ਾਂ, ਜਿਸ ਨੂੰ ਕਿਸੇ ਹੋਰ ਨੇ ਨਹੀਂ ਵੇਖਿਆ, ਜਿਸ ਨੂੰ ਲੱਭਣਾ ਹੀ ਬਹੁਤ ਹੈ। ਮੈਂ ਤੈਨੂੰ ਪ੍ਰੇਮ ਕਰਦੀ ਹਾਂ ਕਿਉਂਕਿ ਤੂੰ ਮੈਨੂੰ ਇੰਜ ਬਣਾ ਰਿਹਾ ਹੈ। ਜਦ ਮੇਰੀ ਜ਼ਿੰਦਗੀ ਕੂੜਾ ਸੀ, ਪਰ ਹੁਣ ਇੱਕ ਮੰਦਿਰ ਹੈ। ਅਸਲ ਸ਼ਾਦੀ ਇਸ ਤਰ੍ਹਾਂ ਦੀ ਹੀ ਹੁੰਦੀ ਹੈ। ਨੰਬਰ 4, ਠੀਕ ਹੈ, ਜੇ ਤੁਸੀਂ ਇਸ ਤਰ੍ਹਾਂ ਦੀ ਸ਼ਾਦੀ ਕਰਨ ਜਾ ਰਹੇ ਹੋ ਤਾਂ ਕੁਝ ਸਮੇਂ ਰੁਕ ਕੇ ਕੁਝ ਚੀਜ਼ਾਂ ਉੱਤੇ ਗੌਰ ਕਰੋ। ਸਭ ਤੋਂ ਪਹਿਲਾਂ ਆਦਮੀ ਲਈ ਸਲਾਹ ਹੈ ਜੋ ਇੱਥੇ ਸੁਣ ਰਹੇ ਹਨ। ਕੀ ਅਸੀਂ ਉਸ ਸ਼ਕਤੀ ਨੂੰ ਸਮਝਦੇ ਹਾਂ ਜੋ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ, ਤਾਂ ਕਿ ਅਸੀਂ ਇਹੋ ਜਿਹਾ ਘਰ ਬਣਾ ਸਕੀਏ ਜਿੱਥੇ ਪ੍ਰੇਮ, ਲਗਾਓ ਅਤੇ ਖੁਸ਼ੀ ਹੋਵੇ? ਕੀ ਅਸੀਂ ਗੱਲ ਨੂੰ ਸਮਝਦੇ ਹਾਂ ਤਾਂ ਕਿ ਪਰਮੇਸ਼ਰ ਦੀ ਦਇਆ ਦੇ ਨਾਲ ਅਸੀਂ ਘਰ ਦੇ ਬਾਹਰ ਪਵਿੱਤਰ ਸਥਾਨ ਬਣਨ ਦੇ ਯੋਗ ਹਾਂ? ਇਸ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਪਰ ਇਹ ਗੱਲ ਓਨੀ ਹੀ ਸੱਚ ਹੈ ਜਿਸ ਤਰ੍ਹਾਂ ਅੱਜ ਦੀ ਸਵੇਰ ਵਿੱਚ ਸੂਰਜ ਦਾ ਚੜ੍ਹਨਾ। ਕੋਈ ਵੀ ਆਦਮੀ ਜੋ ਆਪਣੀ ਤੀਵੀਂ ਨੂੰ ਪਿਆਰ ਕਰਦਾ ਹੈ, ਉਸ ਦੇ ਕੋਲ ਇੱਕ ਘਰ ਬਣਨ ਦੀ ਅਦਭੁਤ ਸ਼ਕਤੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਆਪ ਨੂੰ ਅੱਗੇ ਲਿਜਾਵਾਂ, ਮੈਂ ਕੁਝ ਦੇਰ ਲਈ ਰੁਕਦਾ ਹਾਂ। ਮੈਨੂੰ ਚਾਹੀਦਾ ਹੈ ਕਿ ਪਿਛਲੇ ਸਮੇਂ ਵਿੱਚ ਦਿੱਤੇ ਗਏ ਪਰਮੇਸ਼ਰ ਦੇ ਵਚਨ ਤੋਂ ਮਰਦਾਂ ਨੂੰ ਜੀਵਨ ਦੇਣ ਵਾਲੀ ਕੁਝ ਸਲਾਹ ਦਿਆਂ, ਅਤੇ ਮੈਂ ਚਾਹੁੰਦਾ ਹਾਂ ਤੁਹਾਨੂੰ ਕੁਝ ਹਦਾਇਤਾਂ ਦੇਵਾਂ ਅਤੇ ਪਿੱਛੇ ਜਾ ਕੇ ਕੁਝ ਪ੍ਰਸ਼ਨ ਪੁੱਛਾਂ। ਆਓ ਅਸੀਂ ਉਹਨਾਂ ਵਿੱਚੋਂ 2 ਜਾਂ 3 ਐਤਾਂ ਨੂੰ ਵੇਖੀਏ। ਅਸੀਂ ਵਿਆਖਿਆ ਤੇ ਨਹੀਂ ਦੇ ਸਕਦੇ, ਪਰ ਉਹ ਸਾਡੇ ਮਰਦਾਂ ਲਈ ਪਰਮੇਸ਼ਰ ਦੀ ਚੁਣੌਤੀਆਂ ਦੇ ਪ੍ਰਤੀ ਭੁੱਖ ਪੈਦਾ ਕਰ ਸਕਦੀਆਂ ਹਨ। ਜਿਹਨੂੰ ਵਹੁਟੀ ਮਿਲੀ, ਉਸ ਨੂੰ ਚੰਗੀ ਵਸਤੂ ਲੱਭੀ ਅਤੇ ਯਹੋਵਾ ਦੀ ਕਿਰਪਾ ਉਸ ਉੱਤੇ ਹੋਈ। ਘਰ ਅਤੇ ਧਨ ਪਿਓ ਤੋਂ ਮਿਰਾਸ ਮਿਲਦੇ ਹਨ, ਪਰ ਸੁੰਗੜ ਵਹੁਟੀ ਯਹੋਵਾ ਵੱਲੋਂ ਮਿਲਦੀ ਹੈ। ਕਹੌਤਾ 18 ਅਧਿਆਇ 22 ਵਚਨ, 19 ਅਧਿਆਇ 14 ਵਚਨ। ਕਹੌਤਾ 5 ਅਧਿਆਇ 18 ਔਰ 19 ਵਚਨ। ਤੇਰਾ ਸੋਤਾ ਮੁਬਾਰਕ ਹੋਵੇ ਅਤੇ ਤੂੰ ਆਪਣੀ ਜਵਾਨੀ ਦੀ ਵਹੁਟੀ ਨਾਲ ਆਨੰਦ ਰਹਿ। ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ। ਉਹਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤਾਵੇ ਅਤੇ ਨਿਤ ਉਸ ਦੇ ਪ੍ਰੇਮ ਨਾਲ ਮੋਹਿਤ ਰਹੇ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਕੋਲੋਂ ਵਿਆਹ ਦੇ ਬਾਰੇ ਸਿੱਖ ਰਹੇ ਸੀ। ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਅਨੁਭਵ ਦਾ ਤੁਹਾਨੂੰ ਸਭਨਾਂ ਨੂੰ ਬਹੁਤ ਲਾਭ ਪ੍ਰਾਪਤ ਹੋਇਆ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵਿਆਹ ਦੇ ਬਾਰੇ ਸਿੱਖਿਆ ਕਿ ਵਿਆਹ ਕੀ ਹੈ ਅਤੇ ਇਸ ਦੀ ਸ਼ੁਰੂਆਤ ਕਿੱਥੋਂ ਹੋਈ। ਅਸੀਂ ਸਿੱਖਿਆ ਕਿ ਵਿਆਹ ਇੱਕ ਇਕੱਠ ਅਤੇ ਇੱਕ ਘਟਨਾ ਹੈ। ਅਸੀਂ ਉਤਪਤੀ ਪੁਸਤਕ ਦੇ ਵਿੱਚ ਵੇਖਿਆ ਕਿ ਪਰਮੇਸ਼ਰ ਨੇ ਜਦੋਂ ਆਦਮ ਨੂੰ ਬਣਾਇਆ ਤਾਂ ਉਹਨੇ ਵੇਖਿਆ ਕਿ ਬਾਕੀ ਸਾਰੇ ਤਾਂ ਇਕੱਠ ਵਿੱਚ ਹਨ, ਭਾਵ ਬਾਕੀ ਸਾਰਿਆਂ ਦਾ ਤਾਂ ਜੋੜਾ ਹੈ, ਪਰ ਆਦਮ ਇਕੱਲਾ ਹੀ ਆ। ਤਾਂ ਉਹਦੇ ਲਈ ਇੱਕ ਸਹਾਇਕ ਬਣਾਉਣ ਦਾ ਫੈਸਲਾ ਉਹਨੇ ਕੀਤਾ। ਤਦ ਪਰਮੇਸ਼ਰ ਨੇ ਹਵਾ ਨੂੰ ਬਣਾਇਆ। ਜਦੋਂ ਅਸੀਂ ਵਿਆਹ ਦੇ ਬੰਧਨ ਦੇ ਵਿੱਚ ਬੰਧੇ ਜਾਂਦੇ ਹਾਂ ਤਾਂ ਸਾਡੀ ਇੱਕ ਟੀਮ ਬਣ ਜਾਂਦੀ ਆ। ਅਸੀਂ ਹੁਣ ਇਕੱਲੇ ਕੁਝ ਨਹੀਂ ਕਰ ਸਕਦੇ, ਕਿਉਂਕਿ ਹੁਣ ਇਸ ਦੇ ਵਿੱਚ 2 ਲੋਕ ਸ਼ਾਮਿਲ ਹਨ। ਜਦੋਂ ਅਸੀਂ ਸ਼ਾਦੀ ਦੀ ਚੋਣ ਕਰ ਲੈਂਦੇ ਹਾਂ ਤਾਂ ਅਸੀਂ ਇਕੱਠ ਕਰਨ ਦਾ ਫੈਸਲਾ ਲੈ ਲੈਂਦੇ ਹਾਂ। ਇੱਕ ਟੀਮ ਹੋਣ ਕਰਕੇ
ਪਤੀ ਅਤੇ ਪਤਨੀ ਆਪਣੇ ਆਨੰਦ ਅਤੇ ਦੁੱਖ ਨੂੰ ਇਕੱਠੇ ਵੰਡਦੇ ਹਨ। ਜਦੋਂ ਉਹਨਾਂ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਅਤੇ ਉਹ ਪਰਮੇਸ਼ਰ ਨੂੰ ਪੁਕਾਰਦੇ ਹਨ ਤਾਂ ਉਹਨਾਂ ਦੋਹਾਂ ਦੀ ਪ੍ਰਾਰਥਨਾ ਪਰਮੇਸ਼ਰ ਤੱਕ ਪਹੁੰਚਦੀ ਹੈ। ਇਸ ਤੋਂ ਬਾਅਦ ਅਸੀਂ ਦੇਖਿਆ ਕਿ ਸ਼ਾਦੀ ਇੱਕ ਹੋਣ ਦਾ ਭੇਦ ਹੈ। ਬਾਈਬਲ ਦੱਸਦੀ ਹੈ ਕਿ ਪਤੀ ਪਤਨੀ ਹੁਣ ਦੋ ਜਣੇ ਨਹੀਂ ਸਗੋਂ ਇੱਕ ਸਰੀਰ ਅਤੇ ਇੱਕ ਜਾਨ ਹਨ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸ਼ਾਦੀ ਪ੍ਰੇਮ ਦੀ ਸੁਰੱਖਿਆ ਹੈ। ਮਾਰਟਿਨ ਲੂਥਰ ਨੇ ਵਿਆਹ ਬਾਰੇ ਲਿਖਦੇ ਹੋਏ ਕਿਹਾ ਕਿ ਪਤਨੀ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਦੋਂ ਪਤੀ ਘਰ ਆਵੇ ਤਾਂ ਉਹ ਖੁਸ਼ੀ ਮਹਿਸੂਸ ਕਰੇ। ਇਸੇ ਤਰ੍ਹਾਂ ਪਤੀ ਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਦੋਂ ਪਤੀ ਘਰ ਤੋਂ ਬਾਹਰ ਜਾਂਦਾ ਤਾਂ ਪਤਨੀ ਅਫਸੋਸ ਕਰੇ। ਦੋਸਤੋ, ਵਿਆਹ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸੁਰੱਖਿਆ ਪਾਈ ਜਾਂਦੀ ਹੈ। ਇਸ ਦੇ ਵਿੱਚ ਪਾਪ ਪ੍ਰਵੇਸ਼ ਨਹੀਂ ਕਰ ਸਕਦਾ ਕਿਉਂਕਿ ਯਿਸੂ ਮਸੀਹ ਆਪ ਉਸ ਘਰ ਦਾ ਮੁਖੀਆ ਹੁੰਦਾ ਹੈ। ਦੋਸਤੋ, ਮਜ਼ਬੂਤ ਛਾਤੀਆਂ ਹੀ ਮਜ਼ਬੂਤ ਪਰਿਵਾਰਾਂ ਦੀਆਂ ਨੀਹਾਂ ਹੁੰਦੀਆਂ ਹਨ ਅਤੇ ਜਿਸ ਘਰ ਦੀ ਨੀਂਹ ਪ੍ਰਭੂ ਯਿਸੂ ਮਸੀਹ ਆਪ ਹੁੰਦਾ ਹੈ ਉਹ ਘਰ ਹਮੇਸ਼ਾ ਬਣਿਆ ਰਹਿੰਦਾ ਹੈ। ਦੋਸਤੋ, ਤੁਹਾਡੇ ਘਰ ਦੀ ਨੀਂਹ ਕਿਹੋ ਜਿਹੀ ਹੈ? ਇਸ ਦੇ ਉੱਤੇ ਵਿਚਾਰ ਜ਼ਰੂਰ ਕਰਨਾ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਕਿ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਵਿਸ਼ੇ ਤੇ ਸਾਨੂੰ ਅਧਿਐਨ ਕਰਨ ਦਾ ਮੌਕਾ ਦਿੱਤਾ। ਤੁਸੀਂ ਸਾਨੂੰ ਵਿਆਹ ਦੇ ਬਾਰੇ ਸਿਖਾਇਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਤੁਹਾਡੀ ਨਜ਼ਰ ਵਿੱਚ ਵਿਆਹ ਇੱਕ ਪਵਿੱਤਰ ਰਿਸ਼ਤਾ ਹੈ। ਇਹ ਉਹ ਰਿਸ਼ਤਾ ਹੈ ਜਿਸ 'ਚ ਪਿਤਾ ਪਰਮੇਸ਼ਵਰ ਲੋਕ ਇਸ ਲਈ ਇਕੱਠੇ ਹੁੰਦੇ ਹਨ ਤਾਂ ਕਿ ਪਿਤਾ ਪਰਮੇਸ਼ਵਰ ਉਹ ਇਕੱਠੇ ਹੋ ਕੇ ਤੇਰੇ ਨਾਮ ਨੂੰ ਮਹਿਮਾ ਦੇ ਸਕਣ। ਪਿਆਰੇ ਪਿਤਾ ਪਰਮੇਸ਼ਵਰ, ਜਿਹੜਾ ਵੀ ਪਵਿੱਤਰ ਪਰਿਵਾਰ ਪਵਿੱਤਰ ਵਿਆਹ 'ਚ ਬੰਧਿਆ ਜਾਂਦਾ ਪ੍ਰਭੂ ਜੀ, ਤੁਸੀਂ ਉਸ ਦੇ ਵਿਸ਼ਵਾਸ ਦੀ ਔਰ ਉਹਨਾਂ ਦੀ ਰੱਖਿਆ ਕਰਦੇ ਹੋ ਪਿਤਾ। ਉਸ ਵਿਆਹ ਦੇ ਵਿੱਚ ਪਾਪ ਕਦੇ ਵੀ ਪ੍ਰਵੇਸ਼ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਆਪ ਉਸ ਪਰਿਵਾਰ ਨੂੰ ਅਤੇ ਉਸ ਵਿਆਹ ਨੂੰ ਸੰਭਾਲਦੇ ਹੋ। ਪਿਤਾ ਪਰਮੇਸ਼ਵਰ, ਮੇਰੀ ਤੁਹਾਡੇ ਅੱਗੇ ਪ੍ਰਾਰਥਨਾ ਹੈ, ਜਿਹੜੇ ਕਿਸੇ ਵੀ ਵਿਅਕਤੀ ਨੂੰ ਅੱਜ ਪ੍ਰਭੂ ਜੀ ਤੁਹਾਡੇ ਇਸ ਅਨੁਗ੍ਰਹਿ ਦੀ ਲੋੜ ਹੈ ਕਿ ਉਹਨਾਂ ਦਾ ਰਿਸ਼ਤਾ ਜੋ ਕਮਜ਼ੋਰ ਬਣਿਆ ਹੋਇਆ ਹੈ ਫਿਰ ਤੋਂ ਮਜ਼ਬੂਤੀ ਹਾਸਿਲ ਕਰੇ। ਪਿਤਾ, ਉਹਨਾਂ ਦੇ ਆਪਣੀ ਕਿਰਪਾ ਕਰੋ। ਸਾਡੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਦੀ ਵਿਆਹ ਤੋਂ ਸੰਬੰਧਿਤ ਸਾਰੀ ਜ਼ਰੂਰਤਾਂ ਨੂੰ ਪੂਰਾ ਕਰੋ ਔਰ ਕਮੀ ਕਰਤੀਆਂ ਨੂੰ ਦੂਰ ਕਰੋ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣਨ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।